ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕਿੰਨੇ ਹੋ ਗਏ ਨੇ ਮਰੀਜ਼, ਕਿੰਨੇ ਹੋ ਗਏ ਨੇ ਠੀਕ ਤੇ ਕਿੰਨੀਆਂ ਹੋ ਗਈਆਂ ਨੇ ਮੌਤਾਂ। ਕੱਲ ਐਲਬਰਟਾ ਦੇ ਵਿੱਚ ਖੋਲ੍ਹੇ ਜਾ ਰਹੇ ਨੇ ਕਈ ਬਿਜ਼ਨਸ ਤੇ ਕਈ ਥਾਵਾਂ, ਪਰ ਕੈਲਗਰੀ ਇਸ ਵਿੱਚ ਅਜੇ ਸ਼ਾਮਲ ਨਹੀਂ। ਓਨਟਾਰੀਓ ਵਿੱਚ ਨਿਰਮਾਣ ਵਾਲੀਆਂ ਥਾਵਾਂ ਤੇ ਰੀਟੇਲ ਸਟੋਰਸ ਨੂੰ ਪਹਿਲੇ ਪੜਾਅ 'ਚ ਖੋਲ੍ਹਣ ਦਾ ਐਲਾਨ, ਕੱਲ ਪ੍ਰੀਮੀਅਰ ਡਗ ਫੋਰਡ ਦੇਣਗੇ ਪੂਰੀ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਵਿੱਚ ਕੱਲ ਖੋਲ੍ਹੀਆਂ ਜਾ ਰਹੀਆਂ ਨੇ ਸੂਬਾਈ ਪਾਰਕਾਂ, ਸਿਰਫ ਦਿਨ ਸਮੇਂ ਹੀ ਹੋ ਸਕੇਗੀ ਵਰਤੋਂ। ਵਾਟਰਲੂ ਖੇਤਰ ਵਿੱਚ ਵੈਬਸਾਈਟ ਦੇ ਉੱਤੇ ਨਵਾਂ ਟੂਲ ਕੀਤਾ ਗਿਆ ਸ਼ਾਮਲ, ਕੋਵਿਡ-19 ਸੰਬੰਧੀ ਲੱਛਣਾਂ ਦੇ ਲਈ ਟੂਲ ਨਾਲ ਹੋਵੇਗੀ ਜਾਂਚ ਤੇ ਡਾਕਟਰ ਦੇ ਨਾਲ ਵੀ ਕੀਤੀ ਜਾ ਸਕਦੀ ਹੈ ਗੱਲ। ਸਸਕੈਚੁਅਨ ਵਿੱਚ ਮੂਲ ਨਿਵਾਸੀਆਂ ਨੇ ਦਿੱਤੀ ਪੁਲਿਸ ਨੂੰ ਚੇਤਾਵਨੀ, ਆਪਣੇ ਸੱਭਿਆਚਾਰਕ ਸਮਾਗਮਾਂ ਨੂੰ ਜਿਉਂਦਾ ਤਿਉਂ ਚੱਲਦੇ ਰੱਖਣ ਲਈ ਕਿਹਾ ਤੇ ਨਾਲ ਹੀ ਚੀਫ ਮੁਤਾਬਕ ਸਰਕਾਰ ਦਾ ਕੋਈ ਵੀ ਐਲਾਨ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਨਹੀਂ ਸਕਦਾ। ਕੈਮਲੂਪਸ ਵਿੱਚ ਕੀਤੀ ਜਾ ਚੁੱਕੀ ਹੈ ਹੜ੍ਹ ਨਾਲ ਨਜਿੱਠਣ ਦੀ ਤਿਆਰੀ। 20 ਸਾਲ ਵਿੱਚ ਇੱਕ ਵਾਰ ਕੈਮਲੂਪਸ ਵਿੱਚ ਆਉਂਦਾ ਅਜਿਹਾ ਹੜ੍ਹ, ਕਈ ਲੋਕਾਂ ਨੂੰ ਦਿੱਤੀ ਗਈ ਚੇਤਾਵਨੀ, ਘਰਾਂ ਤੱਕ ਆ ਸਕਦਾ ਪਾਣੀ। ਆਟਵਾ 'ਚ ਕੀਤਾ ਗਿਆ ਐਲਾਨ, ਹੁਣ ਕੋਵਿਡ-19 ਨਾਲ ਸੰਬੰਧਿਤ ਲੱਛਣ ਹੋਣ ਤੇ ਹਰ ਇੱਕ ਦਾ ਹੋਵੇਗਾ ਟੈਸਟ, ਪਹਿਲਾਂ ਅਜਿਹਾ ਨਹੀਂ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀਤਾ ਐਲਾਨ, ਆਉਂਦੇ ਸ਼ੁੱਕਰਵਾਰ ਤੋਂ ਵਿਦਿਆਰਥੀ ਕਰ ਸਕਦੇ ਨੇ ਉਹਨਾਂ ਵੱਲੋਂ ਦਿੱਤੀ ਜਾ ਰਹੀ ਮਦਦ ਦੇ ਵਾਸਤੇ ਐਪਲਾਈ। ਇਸ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕੈਨੇਡਾ ਭਰ ਵਿੱਚ ਹਰ ਸੂਬੇ ਤੋਂ ਕਿੰਨੇ ਅੰਕੜੇ ਹੋ ਚੁੱਕੇ ਨੇ। ਕੈਨੇਡਾ ਭਰ ਵਿੱਚ ਹੁਣ ਤੱਕ 72,267 ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ ਹੈ। 5302 ਮੌਤਾਂ ਹੋਈਆਂ ਨੇ ਤੇ 35,177 ਵਿਅਕਤੀ ਕੋਰੋਨਾ ਵਾਇਰਸ ਤੋਂ ਮੁੜ ਤੋਂ ਠੀਕ ਵੀ ਹੋ ਚੁੱਕੇ ਨੇ। ਐਲਬਰਟਾ ਤੋਂ 6407 ਮਾਮਲੇ ਸਾਹਮਣੇ ਆਏ ਨੇ, 120 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ 2376 ਮਾਮਲੇ ਸਾਹਮਣੇ ਆਏ, 132 ਮੌਤਾਂ ਹੋਈਆਂ ਨੇ। ਮੈਨੀਟੋਬਾ ਤੋਂ 290 ਮਾਮਲੇ ਸਾਹਮਣੇ ਆਏ, 7 ਮੌਤਾਂ ਹੋਈਆਂ। ਨਿਊ ਬ੍ਰੰਸਵਿਕ ਤੋਂ 120 ਮਾਮਲੇ ਸਾਹਮਣੇ ਆਏ। ਨਿਊ ਫਾਊਂਡਲੈਂਡ ਤੋਂ 261 ਮਾਮਲੇ ਸਾਹਮਣੇ ਆਏ, 3 ਮੌਤਾਂ ਹੋਈਆਂ। ਨੋਵਾ ਸਕੋਸ਼ੀਆ ਤੋਂ 1024 ਮਾਮਲੇ ਸਾਹਮਣੇ ਆਏ, 51 ਮੌਤਾਂ ਹੋਈਆਂ। ਓਨਟਾਰੀਓ ਤੋਂ 21,236 ਮਾਮਲੇ ਸਾਹਮਣੇ ਆਏ, 1870 ਮੌਤਾਂ ਹੋਈਆਂ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ। ਕਿਊਬੈਕ ਤੋਂ 39,931 ਮਾਮਲੇ ਸਾਹਮਣੇ ਆਏ, 3220 ਮੌਤਾਂ ਹੋਈਆਂ। ਸਸਕੈਚੁਅਨ ਤੋਂ 577 ਮਾਮਲੇ ਸਾਹਮਣੇ ਆਏ, 6 ਮੌਤਾਂ ਹੋਈਆਂ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ। ਇੱਥੇ ਇੱਕ ਚੰਗੀ ਉਮੀਦ ਦਿਖਾਈ ਦਿੱਤੀ ਹੈ ਕਿ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਜਿਹੜੇ ਅੰਕੜੇ ਤੁਹਾਨੂੰ ਦਿਖਾਏ ਗਏ ਨੇ, ਇਹ ਕਈ ਸੂਬਿਆਂ ਦੇ ਅੰਕੜੇ ਕੱਲ ਵੀ ਇਹੋ ਸਨ ਤੇ ਉਸ ਤੋਂ ਪਹਿਲਾਂ ਵੀ ਕੁਝ ਦਿਨ ਤੋਂ ਉਹੀ ਅੰਕੜੇ ਚੱਲਦੇ ਆ ਰਹੇ ਨੇ ਜਿੱਥੇ ਹਜੇ ਨਵੇਂ ਕੇਸ ਸਾਹਮਣੇ ਨਹੀਂ ਆਏ ਨੇ, ਜਿਸ ਨੂੰ ਦੇਖਦੇ ਹੋਏ ਵੱਖੋ ਵੱਖਰੇ ਸੂਬੇ ਆਪਣੀ ਆਰਥਿਕਤਾ ਨੂੰ ਖੋਲ੍ਹਣ ਦਾ ਐਲਾਨ ਵੀ ਕਰ ਚੁੱਕੇ ਨੇ। ਐਲਬਰਟਾ ਵਿੱਚ ਵੀ ਕੱਲ ਤੋਂ ਆਰਥਿਕਤਾ ਨੂੰ ਖੋਲ੍ਹਿਆ ਜਾ ਰਿਹਾ ਹੈ, ਜਿੱਥੇ ਕਈ ਬਿਜ਼ਨਸ ਖੋਲ੍ਹ ਦਿੱਤੇ ਜਾਣਗੇ ਤੇ ਕਈ ਥਾਵਾਂ ਖੋਲ੍ਹ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੇ ਬਾਰੇ ਅੱਜ ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਐਲਾਨ ਕੀਤਾ। ਸਿਰਫ ਇੰਨਾ ਹੀ ਨਹੀਂ, 1 ਜੂਨ ਤੋਂ ਕੈਂਪਿੰਗ ਸਾਈਟਸ ਵੀ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਵਾਸਤੇ ਬੁਕਿੰਗ ਵੀ ਸ਼ੁਰੂ ਕਰਨ ਦੇ ਵਾਸਤੇ ਕਹਿ ਦਿੱਤਾ ਗਿਆ ਹੈ। ਪਰ ਸਿਰਫ ਕੈਲਗਰੀ ਤੇ ਬਰੂਕਸ ਦੇ ਖੇਤਰ ਵਿੱਚ ਹਜੇ ਨਹੀਂ ਖੋਲ੍ਹਿਆ ਜਾਵੇਗਾ। ਇਹਨਾਂ ਦੋਵਾਂ ਖੇਤਰਾਂ ਦੇ ਵਿੱਚ ਕਾਫੀ ਹੌਲੀ ਆਰਥਿਕਤਾ ਨੂੰ ਖੋਲ੍ਹਿਆ ਜਾਵੇਗਾ, ਕਿਉਂਕਿ ਜਿੱਥੇ ਇੱਕ ਪਾਸੇ 6,000 ਤੋਂ ਜ਼ਿਆਦਾ ਐਲਬਰਟਾ ਤੋਂ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ ਹੈ, ਤਾਂ ਉਹਨਾਂ ਵਿੱਚੋਂ 4,000 ਤੋਂ ਜ਼ਿਆਦਾ ਗਿਣਤੀ ਸਿਰਫ ਕੈਲਗਰੀ ਤੋਂ ਹੀ ਹੈ। ਤਾਂ ਕਰਕੇ ਇਸ ਖੇਤਰ ਦੇ ਵਿੱਚ ਇਹ ਵੀ ਐਲਾਨ ਕੀਤਾ ਹੋਇਆ ਕਿ ਇਸ ਪੂਰੇ ਹਫ਼ਤੇ ਹਰ ਰੋਜ਼ 1000 ਦੇ ਕਰੀਬ ਉਹਨਾਂ ਵਿਅਕਤੀਆਂ ਦੇ ਟੈਸਟ ਵੀ ਕੀਤੇ ਗਏ ਨੇ ਕੋਵਿਡ-19 ਨਾਲ ਸੰਬੰਧਿਤ, ਜਿਹੜੇ ਤੰਦਰੁਸਤ ਸਨ ਤੇ ਆਪਣਾ ਟੈਸਟ ਕਰਵਾਉਣਾ ਚਾਹੁੰਦੇ ਸੀ। ਤੇ ਇਸ ਦੌਰਾਨ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੋਈ ਵੀ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਵੇ ਤੇ ਜਦੋਂ ਆਰਥਿਕਤਾ ਨੂੰ ਖੋਲ੍ਹਿਆ ਵੀ ਜਾਵੇ, ਲੋਕ ਪਬਲਿਕ ਥਾਵਾਂ ਦੇ ਉੱਤੇ ਵੀ ਜਾਣ ਤਾਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਤੇ ਜੋ ਬਿਜ਼ਨਸ ਵੀ ਖੋਲ੍ਹੇ ਜਾ ਰਹੇ ਨੇ ਉਹ ਇਹਨਾਂ ਹਦਾਇਤਾਂ ਦੇ ਤਹਿਤ ਹੀ ਖੋਲ੍ਹੇ ਜਾ ਰਹੇ ਨੇ, ਕਿਉਂਕਿ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਮਈ ਦੇ ਅੱਧ ਤੱਕ 600 ਵਿਅਕਤੀ ਕੋਵਿਡ-19 ਕਰਕੇ ਹਸਪਤਾਲ 'ਚ ਭਰਤੀ ਹੋ ਸਕਦੇ ਨੇ ਤੇ ICU ਵਿੱਚ 190 ਦੇ ਕਰੀਬ ਵਿਅਕਤੀ ਹੋਣਗੇ। ਪਰ ਜਦੋਂ ਬੁੱਧਵਾਰ ਨੂੰ ਅੰਕੜੇ ਜਾਰੀ ਕੀਤੇ ਗਏ ਤਾਂ ਦੱਸਿਆ ਗਿਆ 70 ਵਿਅਕਤੀ ਹੀ ਹਸਪਤਾਲ ਦੇ ਵਿੱਚ ਭਰਤੀ ਨੇ ਤੇ 11 ਹੀ ICU ਦੇ ਵਿੱਚ ਨੇ। ਤੇ ਐਲਬਰਟਾ ਵਿੱਚ ਜਿੱਥੇ ਇੱਕ ਪਾਸੇ ਵੀਰਵਾਰ ਤੋਂ ਖੁੱਲ੍ਹ ਜਾਵੇਗਾ, ਆਰਥਿਕਤਾ ਨੂੰ ਖੋਲ੍ਹਣ ਵਾਸਤੇ ਐਲਾਨ ਕੀਤਾ ਗਿਆ, ਤਾਂ ਦੂਜੇ ਪਾਸੇ ਓਨਟਾਰੀਓ ਦੇ ਵਿੱਚ ਵੀਰਵਾਰ ਨੂੰ ਐਲਾਨ ਹੋਵੇਗਾ, ਜਿਸ ਬਾਰੇ ਡਗ ਫੋਰਡ ਦੇ ਵੱਲੋਂ ਵੀਰਵਾਰ ਨੂੰ ਐਲਾਨ ਕੀਤਾ ਜਾਣਾ ਹੈ। ਕੱਲ੍ਹ ਨੂੰ ਇਸ ਐਲਾਨ ਦੇ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਓਨਟਾਰੀਓ ਦੇ ਵਿੱਚ ਨਿਰਮਾਣ ਵਾਲੀਆਂ ਥਾਵਾਂ ਤੇ ਨਾਲ ਹੀ ਰੀਟੇਲ ਸਟੋਰਸ ਨੂੰ ਖੋਲ੍ਹਣ ਦਾ ਐਲਾਨ ਕੀਤਾ ਜਾ ਸਕਦਾ ਹੈ।
ਜਿਵੇਂ ਕਿ ਵੱਖੋ-ਵੱਖਰੇ ਸੂਬਿਆਂ ਵਿੱਚ ਬਿਜ਼ਨੈਸਿਸ ਨੂੰ ਖੋਲ੍ਹਣ ਵਾਸਤੇ ਤੇ ਵੱਖੋ-ਵੱਖਰੇ ਅਦਾਰਿਆਂ ਨੂੰ ਖੋਲ੍ਹਣ ਵਾਸਤੇ ਫੈਸਲੇ ਲਏ ਜਾ ਰਹੇ ਨੇ। ਓਨਟਾਰੀਓ ਦੇ ਵੱਲੋਂ ਇਸ ਸਮੇਂ ਪਹਿਲੇ ਪੜਾਅ ਦਾ ਐਲਾਨ ਵੀਰਵਾਰ ਨੂੰ ਕੀਤਾ ਜਾਣਾ ਹੈ। ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰੀਮੀਅਰ ਡਗਫੋਰਡ ਦੇ ਵੱਲੋਂ ਵੀਰਵਾਰ ਨੂੰ ਜੋ ਐਲਾਨ ਕੀਤਾ ਜਾਣਾ ਤਾਂ ਪਹਿਲੇ ਪੜਾਅ ਦੇ ਵਿੱਚ ਨਿਰਮਾਣ ਦੇ ਕੰਮ ਦੀਆਂ ਥਾਵਾਂ ਤੇ ਨਾਲ ਹੀ ਰੀਟੇਲ ਸਟੋਰ ਖੋਲ੍ਹ ਦੇਣ ਦਾ ਐਲਾਨ ਕੀਤਾ ਜਾਵੇਗਾ, ਜਿਸ ਸੰਬੰਧੀ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਤੇ ਇਸ ਦੇ ਨਾਲ ਹੀ ਹੋ ਸਕਦਾ ਕਿ ਪਹਿਲੇ ਪੜਾਅ ਵਿੱਚ ਹੋਰ ਚੀਜ਼ਾਂ ਨੂੰ ਵੀ ਖੋਲ੍ਹਿਆ ਜਾਵੇ। ਤਾਂ ਇਸ ਦੇ ਨਾਲ ਹੀ ਪਿਕਨਿਕ ਦੇ ਲਈ ਪਾਰਕਾਂ ਨੂੰ ਖੋਲ੍ਹਣ ਵਾਸਤੇ ਵੀ ਐਲਾਨ ਜੁੜਿਆ ਮੰਨਿਆ ਜਾ ਰਿਹਾ ਹੈ। ਜਿਵੇਂ ਕਿ ਲੌਂਗ ਵੀਕਐਂਡ ਆ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਵੀਰਵਾਰ ਨੂੰ ਜਦੋਂ ਐਲਾਨ ਕੀਤਾ ਜਾਵੇਗਾ ਤਾਂ ਮੰਨਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਾਰਕਾਂ ਦੇ ਖੁੱਲ੍ਹਣ ਦਾ ਫਾਇਦਾ ਚੁੱਕ ਸਕਦੇ ਨੇ, ਜਿਸ ਦੇ ਵਿੱਚ ਕਿਤੇ ਨਾ ਕਿਤੇ ਹਦਾਇਤਾਂ ਦੀ ਉਲੰਘਣਾ ਵੀ ਹੋ ਸਕਦੀ ਹੈ। ਜ਼ਿਆਦਾ ਗਿਣਤੀ 'ਚ ਜਦੋਂ ਲੋਕ ਇੱਕ ਥਾਂ 'ਤੇ ਇਕੱਠੇ ਹੋਣਗੇ, ਪਰ ਇਸ ਦੌਰਾਨ ਸਰਕਾਰਾਂ ਦੇ ਵੱਲੋਂ ਬਾਰ-ਬਾਰ ਇਹੋ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਜੇਕਰ ਘੁੰਮਣ ਵਾਲੀਆਂ ਥਾਵਾਂ ਦੇ ਉੱਤੇ ਵੀ ਖੋਲ੍ਹੀਆਂ ਜਾਂਦੀਆਂ ਨੇ ਉਹ ਥਾਵਾਂ ਤਾਂ ਉੱਥੇ ਵੀ ਕੋਵਿਡ-19 ਨਾਲ ਸੰਬੰਧਿਤ ਹਦਾਇਤਾਂ ਦੀ ਉਲੰਘਣਾ ਨਾ ਕੀਤੀ ਜਾਵੇ, ਆਪਣੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਤੇ ਉਧਰ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ 14 ਮਈ ਤੋਂ ਪਾਰਕਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਪਾਰਕਾਂ ਦੇ ਵਿੱਚ ਖੋਲ੍ਹਣ ਦੇ ਨਾਲ ਹੀ ਇਹਨਾਂ ਨੂੰ ਹਰ ਰੋਜ਼ ਸਿਰਫ ਦਿਨ ਦੇ ਸਮੇਂ ਹੀ ਵਰਤੋਂ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਹੋਰ ਕੀ ਅਪਡੇਟ ਤੁਹਾਨੂੰ ਦਿਖਾਉਂਦੇ ਹਾਂ। ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਖੋ-ਵੱਖਰੇ ਅਦਾਰੇ ਖੋਲ੍ਹੇ ਜਾ ਰਹੇ ਨੇ ਤਾਂ ਇਸੇ ਸੰਬੰਧੀ ਕੱਲ੍ਹ ਤੋਂ ਯਾਨੀ ਕਿ 14 ਮਈ ਤੋਂ ਕਈ ਪਾਰਕਾਂ ਖੁੱਲ੍ਹ ਜਾਣੀਆਂ ਨੇ। ਸਾਰੀਆਂ ਪਾਰਕਾਂ ਨਹੀਂ ਖੋਲ੍ਹੀਆਂ ਜਾਣਗੀਆਂ, ਜਿਸ ਸੰਬੰਧੀ BC ਪਾਰਕਸ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਵਿੱਚ ਸੂਚੀ ਜਾਰੀ ਕੀਤੀ ਗਈ ਹੈ ਕਿ ਕਿਹੜੀਆਂ-ਕਿਹੜੀਆਂ ਪਾਰਕਾਂ ਸਿਰਫ ਦਿਨ ਦੇ ਸਮੇਂ ਵਰਤੋਂ ਵਾਸਤੇ ਖੁੱਲ੍ਹ ਰਹੀਆਂ ਨੇ, ਜਿਸ ਦੇ ਲਈ bcparks.ca ਦੇ ਉੱਤੇ ਜਾ ਕੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ ਕਿ ਕਿਹੜੀਆਂ ਪਾਰਕਾਂ ਹਜੇ ਬੰਦ ਰਹਿਣਗੀਆਂ ਤੇ ਕਿਹੜੀਆਂ ਖੋਲ੍ਹੀਆਂ ਜਾ ਰਹੀਆਂ ਨੇ। ਇਸ ਵਿੱਚ ਖਾਸ ਤੌਰ ਦੇ ਉੱਤੇ ਸੈਲਾਨੀਆਂ ਲਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਥਾਵਾਂ ਦੇ ਉੱਤੇ ਇਸ ਮੌਕੇ ਬੀਚ, ਟ੍ਰੇਲਸ, ਬੋਟ ਲਾਂਚਸ, ਡੌਗਸ, ਪਿਕਨਿਕ ਟੇਬਲਸ, ਪਿਟ ਟਾਇਲਟਸ ਤੇ ਕਲਿੰਬਿੰਗ ਏਰੀਆਜ਼ ਸ਼ਾਇਦ ਖੋਲ੍ਹ ਦਿੱਤੇ ਜਾਣਗੇ, ਪਰ ਉਹ ਸਿਰਫ ਦਿਨ ਦੇ ਸਮੇਂ ਵਾਸਤੇ ਹੋਣਗੇ। ਇਸ ਮੌਕੇ ਕੋਵਿਡ-19 ਨਾਲ ਸੰਬੰਧਿਤ ਹਦਾਇਤਾਂ ਦੀ ਪਾਲਣਾ ਕਰਨ ਦੇ ਵਾਸਤੇ ਵੀ ਸਾਰੇ ਸੈਲਾਨੀਆਂ ਨੂੰ ਮੁੱਖ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਵੀ ਅਹਿਮ ਜ਼ਰੂਰੀ ਹੈ। ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵੱਖੋ-ਵੱਖਰੇ ਪੜਾਅ ਤਹਿਤ ਆਰਥਿਕਤਾ ਨੂੰ ਖੋਲ੍ਹਣ ਦਾ ਐਲਾਨ ਕੀਤਾ ਜਾ ਰਿਹਾ ਹੈ ਤਾਂ ਨਾਲ ਹੀ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ 14 ਮਈ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਜੋ ਚੀਜ਼ਾਂ ਖੋਲ੍ਹੀਆਂ ਜਾਣਗੀਆਂ, ਉਸ ਤੋਂ ਬਾਅਦ ਜੇਕਰ ਇਸ ਮੌਕੇ ਕਾਮਯਾਬੀ ਮਿਲਦੀ ਹੋਈ ਦਿਖਾਈ ਦਿੱਤੀ ਤਾਂ ਹੀ 19 ਮਈ ਤੋਂ ਅਗਲੇ ਪੜਾਅ ਦੇ ਤਹਿਤ ਆਰਥਿਕਤਾ ਨੂੰ ਖੋਲ੍ਹਣ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਗਲੀ ਖਬਰ ਹੈ ਸਸਕੈਚਵਨ ਤੋਂ ਮੂਲ ਨਿਵਾਸੀਆਂ ਦੇ ਚੀਫ ਦੇ ਵੱਲੋਂ RCMP ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਸਰਕਾਰਾਂ ਨੂੰ ਵੀ ਇਸ ਮੌਕੇ ਕਿਹਾ ਗਿਆ ਕਿ ਕੋਵਿਡ-19 ਦੇ ਦੌਰਾਨ ਜਿਹੜੀਆਂ ਵੀ ਹਦਾਇਤਾਂ ਲਾਈਆਂ ਜਾ ਰਹੀਆਂ ਨੇ ਉਹ ਮੂਲ ਨਿਵਾਸੀਆਂ ਦੀ ਸਮਾਗਮ ਨੇ, ਜੋ ਉਹਨਾਂ ਦੇ ਸੱਭਿਆਚਾਰਕ ਜੋ ਉਹ ਕਰਦੇ ਹੀ ਕਰਦੇ ਨੇ, ਜਾਂ ਆਪਣੀਆਂ ਪ੍ਰੇਅਰਸ ਕਰਦੇ ਹੋਣ ਜਾਂ ਫਿਰ ਉਹ ਜਿਹੜੇ ਵੀ ਆਪਣੇ ਸੱਭਿਆਚਾਰਕ ਸਮਾਗਮ ਕਰਦੇ ਨੇ ਜੋ ਪਿਛੋਕੜ ਤੋਂ ਆਪਣੇ ਕਰਦੇ ਆਉਂਦੇ ਨੇ, ਉਹ ਨਹੀਂ ਰੁਕਣਗੇ। ਤੇ ਇਸ ਸੰਬੰਧੀ ਦਰਅਸਲ ਇੱਕ ਮੂਲ ਨਿਵਾਸੀਆਂ ਦੇ ਵੱਲੋਂ ਸੈਰੇਮਨੀ ਕੀਤੀ ਜਾ ਰਹੀ ਸੀ ਜਿੱਥੇ RCMP ਦੇ ਅਧਿਕਾਰੀ ਪਹੁੰਚ ਗਏ ਤੇ ਜਦੋਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੂਲ ਨਿਵਾਸੀਆਂ ਨੇ ਸਾਫ਼ ਤੌਰ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਮੂਲ ਨਿਵਾਸੀਆਂ ਦੀ ਥਾਂ ਹੈ ਤੇ ਆਪਣੀ ਥਾਂ ਦੇ ਉੱਤੇ ਉਹ ਜਿਵੇਂ ਮਰਜ਼ੀ ਚਾਹੁਣ ਸਮਾਗਮ ਕਰ ਸਕਦੇ ਨੇ। ਤੇ ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਕੁਝ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਵਾਸਤੇ ਉਹਨਾਂ ਨੇ ਹੁਣ ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਮੰਨਣ ਲਈ ਉਹ ਤਿਆਰ ਵੀ ਨੇ, ਪਰ ਜਿਹੜੇ ਉਹਨਾਂ ਦੇ ਸੱਭਿਆਚਾਰਕ ਸਮਾਗਮ ਨੇ ਜਿਨ੍ਹਾਂ ਨੂੰ ਉਹ ਕਦੀ ਵੀ ਨਹੀਂ ਰੋਕ ਸਕਦੇ ਉਹਨਾਂ ਨੂੰ ਕਰਨ ਤੋਂ ਨਹੀਂ ਰੋਕਣਗੇ, ਚਾਹੇ ਸਰਕਾਰ ਦੇ ਵੱਲੋਂ ਚਾਹੇ ਸਿਹਤ ਵਿਭਾਗ ਦੇ ਵੱਲੋਂ ਕਿਸੇ ਦੇ ਵੱਲੋਂ ਵੀ ਕੋਈ ਵੀ ਐਲਾਨ ਕਿਉਂ ਨਾ ਕਰ ਦਿੱਤਾ ਜਾਵੇ। ਇਸ ਸੰਬੰਧੀ ਮੂਲ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਆਪਣੀ ਥਾਂ ਦੇ ਉੱਤੇ ਆਪਣੇ ਸੱਭਿਆਚਾਰ ਨਾਲ ਸੰਬੰਧਿਤ ਰਸਮਾਂ ਨੂੰ ਨਿਭਾਉਣ ਤੇ ਨਾਲ ਹੀ ਸਮਾਗਮਾਂ ਨੂੰ ਕਰਨ ਦੀ ਉਹਨਾਂ ਦੀ ਜੋ ਖੁੱਲ੍ਹ ਹੈ ਉਸ ਨੂੰ ਨਹੀਂ ਖੋਇਆ ਜਾ ਸਕਦਾ। ਅਗਲੀ ਖਬਰ ਹੈ ਕੈਮਲੂਪਸ ਤੋਂ। ਕੈਮਲੂਪਸ ਦੇ ਵਿੱਚ ਹੜ੍ਹ ਦੀ ਤਿਆਰੀ ਕਰ ਲਈ ਗਈ ਹੈ। ਦਰਅਸਲ 20 ਸਾਲ ਦੇ ਵਿੱਚ ਇੱਕ ਵਾਰ ਅਜਿਹਾ ਹੜ੍ਹ ਆਉਂਦਾ ਹੈ ਜੋ ਕਿ ਕਾਫੀ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਪਾਣੀ ਸ਼ਹਿਰ ਦੇ ਵਿੱਚ ਆ ਜਾਂਦਾ ਹੈ। ਤਾਂ ਇਸ ਸੰਬੰਧੀ ਇਹ ਵੀ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਨੂੰ ਕਿਹਾ ਜ਼ਰੂਰ ਜਾਂਦਾ ਹੈ ਕਿ 20 ਸਾਲ ਦੇ ਵਿੱਚ ਇੱਕ ਵਾਰ ਆਉਂਦਾ ਹੈ, ਪਰ ਹੜ੍ਹ ਕਈ ਵਾਰ ਆਉਂਦਾ ਹੈ। ਪਰ ਇਸ ਮੌਕੇ ਜਿਹੜਾ ਵੱਡੇ ਪੱਧਰ ਦੇ ਉੱਤੇ ਸ਼ੁਰੂ ਤੋਂ ਰੀ ਚੱਲਦੀ ਆਉਂਦੀ ਹੈ ਕਿ 20 ਸਾਲ ਦੇ ਵਿੱਚ ਇੱਕ ਵਾਰ ਅਜਿਹਾ ਹੜ੍ਹ ਉੱਥੇ ਆਉਣਾ ਹੈ ਜਿਸ ਦੀ ਤਿਆਰੀ ਕੀਤੀ ਜਾਂਦੀ ਹੈ, ਤਾਂ ਉਸ ਤਹਿਤ ਜਿਵੇਂ ਪ੍ਰਚਲਨ ਬਣਿਆ ਹੋਇਆ ਹੈ ਤਾਂ ਉਸੇ ਤਹਿਤ ਇਹਨੂੰ ਇਹ ਕਿਹਾ ਜਾਂਦਾ ਹੈ ਕਿ 20 ਸਾਲ 'ਚ ਇੱਕ ਵਾਰ ਆਉਂਦਾ ਹੈ। ਪਰ ਕੈਮਲੂਪਸ ਦੇ ਵਿੱਚ ਇਸ ਸਮੇਂ ਹੜ੍ਹ ਨੂੰ ਲੈ ਕੇ ਬੈਰੀਅਰ ਲਗਾ ਦਿੱਤੇ ਗਏ ਨੇ ਥਾਂ ਥਾਂ ਦੇ ਉੱਤੇ, ਤੇ ਉੱਤਰੀ ਤੇ ਦੱਖਣੀ ਥੋਮਸਨ ਰਿਵਰਸ ਦੇ ਕਰਕੇ
ਹੜ੍ਹ ਆਉਣ ਦੀ ਗੱਲ ਕਹੀ ਗਈ ਹੈ, ਜਿਸ ਕਰਕੇ ਇਹਨਾਂ ਨਦੀਆਂ ਦੇ ਨੇੜੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਚੇਤਾਵਨੀ ਵੀ ਦੇ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਹੜ੍ਹ ਦੇ ਕਰਕੇ ਜਿਹੜਾ ਪਾਣੀ ਆ ਸਕਦਾ ਹੈ ਉਹ ਘਰਾਂ ਦੇ ਵਿੱਚ ਵੀ ਵੜ ਸਕਦਾ ਹੈ, ਘਰਾਂ ਤੱਕ ਪਹੁੰਚ ਸਕਦਾ ਹੈ, ਜਿਸ ਕਰਕੇ ਲੋਕ ਤਿਆਰ ਰਹਿਣ। ਇਸ ਲਈ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਜਾ ਸਕਦੇ ਨੇ ਤੇ ਇਸ ਦੇ ਲਈ ਵੀ ਤਿਆਰੀ ਕੀਤੀ ਜਾਵੇ। ਇਸ ਦੌਰਾਨ ਸਿਰਫ ਇੱਥੇ ਹੀ ਨਹੀਂ ਸਗੋਂ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਲੋਕਾਂ ਨੂੰ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀਆਂ ਐਮਰਜੈਂਸੀ ਕਿਟਸ ਹਮੇਸ਼ਾ ਤਿਆਰ ਰੱਖੋ। ਜ਼ਰੂਰੀ ਨਹੀਂ ਕਿ ਕੁਦਰਤੀ ਕਰੋਪੀ ਆਵੇ, ਕਈ ਵਾਰ ਹੋ ਸਕਦਾ ਕਿ ਘਰ ਵਿੱਚ ਅੱਗ ਲੱਗ ਜਾਵੇ ਜਾਂ ਕੋਈ ਅਜਿਹਾ ਹਾਲਾਤ ਬਣ ਜਾਵੇ ਕਿ ਇੱਕਦਮ ਘਰ ਛੱਡਣਾ ਪਵੇ, ਤਾਂ ਇਸ ਦੌਰਾਨ ਵਾਸਤੇ ਆਪਣੀਆਂ ਐਮਰਜੈਂਸੀ ਕਿਟਸ ਜ਼ਰੂਰ ਤਿਆਰ ਰੱਖੀਆਂ ਜਾਣ। ਇੱਕ ਖਾਸ ਰਿਪੋਰਟਸ ਤੁਹਾਨੂੰ ਦਿਖਾਵਾਂਗੇ ਕਿ ਐਮਰਜੈਂਸੀ ਕਿਟ ਹੈਗੀ ਕੀ ਹੈ ਤੇ ਕਿਹੜੀ ਚੀਜ਼ਾਂ ਨੇ ਜਿਹੜੀਆਂ ਉਸ ਵਿੱਚ ਜ਼ਰੂਰੀ ਤੁਸੀਂ ਰੱਖਣੀਆਂ ਨੇ। ਇਹ ਤੁਸੀਂ ਟੀਵੀ ਪੰਜਾਬ ਦੇ ਉੱਤੇ ਬਾਅਦ 'ਚ ਇੱਕ ਰਿਪੋਰਟ 'ਚ ਦੇਖ ਸਕਦੇ ਹੋ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਹੈ ਵਾਟਰਲੂ ਤੋਂ। ਵਾਟਰਲੂ ਖੇਤਰ ਦੇ ਵਿੱਚ ਜੋ ਸਿਹਤ ਵਿਭਾਗ ਦੀ ਵੈਬਸਾਈਟ ਹੈ ਉਸ ਦੇ ਉੱਤੇ ਇੱਕ ਨਵਾਂ ਟੂਲ ਜੋੜ ਦਿੱਤਾ ਗਿਆ ਹੈ, ਜਿਸ ਤਹਿਤ ਡਾਕਟਰ ਦੇ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ। ਵੱਖੋ ਵੱਖਰੇ ਸੂਬੇ ਕੋਵਿਡ-19 ਨੂੰ ਲੈ ਕੇ ਚਾਹੇ ਟੈਸਟ ਕਰਨ ਨਾਲ ਸੰਬੰਧਿਤ ਹੋਵੇ, ਚਾਹੇ ਕੋਈ ਜਾਣਕਾਰੀ ਦੇਣ ਨਾਲ ਸੰਬੰਧਿਤ ਇਸ ਮੌਕੇ ਸਹੂਲਤਾਂ ਦੇ ਰਹੇ ਨੇ ਕਿ ਆਨਲਾਈਨ ਉਹ ਵੱਖੋ ਵੱਖਰੇ ਟੂਲਸ ਦੇ ਜ਼ਰੀਏ ਟੈਸਟ ਕਰ ਸਕਦੇ ਨੇ, ਜਿਸ ਤੋਂ ਬਾਅਦ ਜਾਣਕਾਰੀ ਦਿੱਤੀ ਜਾਂਦੀ ਹੈ। ਤੇ ਹੁਣ ਵਾਟਰਲੂ ਖੇਤਰ ਦੇ ਵਿੱਚ ਵਾਟਰਲੂ ਪਬਲਿਕ ਹੈਲਥ ਵੈਬਸਾਈਟ ਦੇ ਉੱਤੇ ਖਾਸ ਤੌਰ ਦੇ ਉੱਤੇ ਇੱਕ ਟੂਲ ਹੋਰ ਜੋੜ ਦਿੱਤਾ ਗਿਆ ਹੈ, ਜਿਸ ਦੇ ਨਾਲ ਕੋਵਿਡ-19 ਨਾਲ ਸੰਬੰਧਿਤ ਜੇਕਰ ਕਿਸੇ ਵੀ ਵਿਅਕਤੀ ਨੂੰ ਸ਼ੱਕ ਜਾਪਦਾ ਹੈ ਕਿ ਉਹ ਬਿਮਾਰ ਹੈ ਤਾਂ ਇਸ ਟੂਲ ਦੇ ਜ਼ਰੀਏ ਉਹ ਖੁਦ ਨੂੰ ਟੈਸਟ ਵੀ ਕਰ ਸਕਦਾ ਹੈ। ਤਾਂ ਇਸ ਤੋਂ ਬਾਅਦ ਨਾ ਸਿਰਫ ਉਸ ਨੂੰ ਸਲਾਹ ਦਿੱਤੀ ਜਾਂਦੀ ਹੈ ਟੈਸਟ ਨਾਲ ਸੰਬੰਧਿਤ, ਸਗੋਂ ਇਹ ਵੀ ਇਸ ਦੇ ਵਿੱਚ ਜੋੜਿਆ ਗਿਆ ਹੈ ਕਿ ਡਾਕਟਰ ਨਾਲ ਗੱਲ ਕਰਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਵਾਟਰਲੂ ਖੇਤਰ ਦੇ ਵਿੱਚ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਜਦੋਂ ਇਸ ਵਿੱਚ ਲੋਕ ਆਪਣੇ ਬਾਰੇ ਦੱਸਦੇ ਨੇ ਕਿ ਉਹਨਾਂ ਨੂੰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿ ਖੁਦ ਨੂੰ ਬਿਮਾਰ ਮਹਿਸੂਸ ਕਰ ਰਹੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਡਾਕਟਰ ਦੇ ਨਾਲ ਗੱਲ ਕਰਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਹੈ ਓਟਵਾ ਤੋਂ। ਓਟਵਾ ਦੇ ਵਿੱਚ ਹੁਣ ਤੱਕ ਕੋਵਿਡ-19 ਨਾਲ ਸੰਬੰਧਿਤ ਖਾਸ ਤੌਰ ਦੇ ਉੱਤੇ ਸਿਹਤ ਕਾਮੇ ਤੇ ਨਾਲ ਹੀ ਜੋ ਹੋਰ ਬਿਮਾਰੀਆਂ ਤੋਂ ਬਿਮਾਰ ਸਨ ਵਿਅਕਤੀ, ਉਹਨਾਂ ਨਾਲ ਸੰਬੰਧਿਤ ਵਿਅਕਤੀਆਂ ਦੇ ਹੀ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਸਨ, ਜਿਸ ਸੰਬੰਧੀ ਹੁਣ ਓਟਵਾ ਤੋਂ ਸਿਹਤ ਵਿਭਾਗ ਤੋਂ ਜਾਣਕਾਰੀ ਜਾਰੀ ਕਰ ਦਿੱਤੀ ਗਈ ਹੈ ਕਿ ਜਿਹੜੇ ਵੀ ਵਿਅਕਤੀ ਕੋਵਿਡ-19 ਦੇ ਲੱਛਣ ਮਹਿਸੂਸ ਕਰ ਰਹੇ ਹੋਣ ਉਹ 811 ਤੇ ਫੋਨ ਕਰ ਸਕਦੇ ਨੇ ਤੇ ਉਹਨਾਂ ਦੇ ਟੈਸਟ ਕੀਤੇ ਜਾਣਗੇ। ਤੇ ਇਸ ਸੰਬੰਧੀ ਹੋਰ ਜਾਣਕਾਰੀ ਹੈ ਜੋ ਉਹ ਓਟਵਾ ਤੋਂ ਸਿਹਤ ਵਿਭਾਗ ਦੀ ਵੈਬਸਾਈਟ ਦੇ ਉੱਤੇ ਲਈ ਜਾ ਸਕਦੀ ਹੈ, ਜਿਸ ਦੇ ਵਿੱਚ ਟੂਲ ਵੀ ਨੇ ਜੋ ਤੇ ਹੋਰ ਮਦਦ ਦਿੱਤੀ ਜਾ ਰਹੀ ਹੈ ਉਹ ਦੇਖੀ ਜਾ ਸਕਦੀ ਹੈ। ਪਰ ਇੱਥੇ ਇਹ ਜ਼ਰੂਰ ਹੈ ਕਿ ਜੇਕਰ ਕਿਸੇ ਨੂੰ ਜ਼ੁਕਾਮ ਹੈ, ਬੁਖਾਰ ਹੈ ਜਾਂ ਇਕੱਲੀ ਖੰਘ ਵੀ ਹੈ ਤਾਂ ਵੀ ਤੁਹਾਨੂੰ ਸ਼ੱਕ ਪੈਂਦਾ ਕਿ ਤੁਸੀਂ ਕਿਤੇ ਗਏ ਸੀਗੇ, ਤਾਂ ਤੁਸੀਂ ਹੋ ਸਕਦਾ ਕਿ ਕੋਵਿਡ-19 ਦੇ ਮਰੀਜ਼ ਦੇ ਸੰਪਰਕ ਵਿੱਚ ਆ ਗਏ ਹੋਵੋ, ਤਾਂ ਇਸ ਦੌਰਾਨ ਆਪਣੇ ਆਪ ਨੂੰ ਵੱਖਰੇ ਤੌਰ ਦੇ ਉੱਤੇ ਤਾਂ ਰੱਖ ਲਈ ਜਾਵੇ, ਸਗੋਂ ਨਾਲ ਹੀ ਇਸ ਮੌਕੇ ਆਪਣਾ ਟੈਸਟ ਜ਼ਰੂਰ ਕਰਵਾ ਲਿਆ ਜਾਵੇ। ਤੇ ਓਟਵਾ ਦੇ ਵਿੱਚ ਹੁਣ ਸਾਰਿਆਂ ਦੇ ਵਾਸਤੇ ਟੈਸਟ ਨੂੰ ਖੋਲ੍ਹ ਦਿੱਤਾ ਗਿਆ ਤੇ ਵੱਖੋ ਵੱਖਰੀਆਂ ਥਾਵਾਂ ਰੱਖੀਆਂ ਗਈਆਂ ਨੇ ਜਿੱਥੇ ਸਹੂਲਤ ਦਿੱਤੀ ਜਾ ਰਹੀ ਹੈ ਉੱਥੇ ਟੈਸਟ ਕਰਵਾਇਆ ਜਾ ਸਕਦਾ ਹੈ। ਅਧਿਕਾਰੀਆਂ ਨੇ ਖਾਸ ਤੌਰ ਤੇ ਕਿਹਾ ਕਿ ਜੇਕਰ ਤੁਸੀਂ ਹਾਲਤ ਜ਼ਿਆਦਾ ਖਰਾਬ ਮਹਿਸੂਸ ਕਰ ਰਹੇ ਹੋ ਤਾਂ ਸਿੱਧਾ 911 ਤੇ ਫੋਨ ਕਰੋ ਜਾਂ ਫਿਰ ਐਮਰਜੈਂਸੀ ਰੂਮ 'ਚ ਸਿੱਧਾ ਪਹੁੰਚ ਜਾਵੋ। ਤੇ ਨਾਲ ਹੀ ਕੋਵਿਡ-19 ਨਾਲ ਸੰਬੰਧਿਤ ਜੇਕਰ ਓਟਵਾ ਤੋਂ ਮਾਮਲਿਆਂ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਜੋ ਜਾਣਕਾਰੀ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ 15 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 4 ਮੌਤਾਂ ਹੋਈਆਂ ਨੇ ਤੇ ਕੁੱਲ ਹੁਣ ਤੱਕ ਓਟਵਾ ਦੇ ਵਿੱਚ ਕੋਵਿਡ-19 ਦੇ ਕਰਕੇ 182 ਮੌਤਾਂ ਹੋ ਚੁੱਕੀਆਂ ਨੇ ਤੇ ਹੁਣ ਤੱਕ 1707 ਵਿਅਕਤੀਆਂ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਜਾ ਚੁੱਕਿਆ ਹੈ ਤੇ ਇਹਨਾਂ ਵਿੱਚੋਂ 1245 ਵਿਅਕਤੀ ਠੀਕ ਵੀ ਹੋ ਚੁੱਕੇ ਨੇ। ਯਾਨੀ ਕਿ ਓਟਵਾ ਤੋਂ ਹੁਣ ਤੱਕ ਕੋਵਿਡ-19 ਦੇ ਜਿਹੜੇ ਕੁੱਲ ਮਾਮਲੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚੋਂ 73% ਠੀਕ ਵੀ ਹੋ ਚੁੱਕੇ ਨੇ। ਅਗਲੀ ਖਬਰ ਹੈ ਕਿ ਸਰੀ RCMP ਨੇ ਜੋ ਜਾਣਕਾਰੀ ਜਾਰੀ ਕੀਤੀ ਹੈ, ਪੁਲਿਸ ਨੇ ਦੱਸਿਆ ਕਿ 200 ਦੇ ਕਰੀਬ ਪੈਕੇਟ ਸਿਗਰਟ ਦੇ ਦੋ ਸ਼ੱਕੀ ਵਿਅਕਤੀਆਂ ਕੋਲ ਉਹਨਾਂ ਨੂੰ ਮਿਲੇ ਨੇ। ਉਹਨਾਂ ਦਾ ਮੰਨਣਾ ਹੈ ਕਿ ਇਹ ਚੋਰੀ ਦੇ ਨੇ ਤੇ ਜਿਸ ਸੰਬੰਧੀ ਜਾਣਕਾਰੀ ਉਹਨਾਂ ਨੇ ਜਾਰੀ ਕੀਤੀ। ਸਰੀ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਕਰੀਬ 200 ਪੈਕ ਚੋਰੀ ਕੀਤੇ ਹੋਏ ਸਿਗਰਟ ਦੇ ਫੜੇ ਨੇ। ਦਰਅਸਲ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੇ ਅਪ੍ਰੈਲ 27, 2020 ਨੂੰ 8000 ਬਲਾਕ ਕਿੰਗ ਜਾਰਜ ਬੁਲੇਵਾਰਡ ਦੇ ਉੱਤੇ ਇੱਕ ਜਾਂਚ ਕੀਤੀ। ਸ਼ੱਕੀ ਵਿਅਕਤੀਆਂ ਦੇ ਪ੍ਰਤੀ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੇ 200 ਪੈਕੇਟ ਸਿਗਰਟ ਦੇ ਉਹਨਾਂ ਤੋਂ ਬਰਾਮਦ ਕੀਤੇ, ਜਿਸ ਸੰਬੰਧੀ ਪੁਲਿਸ ਦਾ ਮੰਨਣਾ ਹੈ ਕਿ ਚੋਰੀ ਦੇ ਨੇ ਤੇ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਹਨਾਂ ਸਿਗਰਟ ਦੇ ਪੈਕੇਟਸ ਦੇ ਮਾਲਕ ਨੂੰ ਲੱਭਿਆ ਜਾ ਰਿਹਾ ਹੈ। ਜਿਸ ਸੰਬੰਧੀ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਇੱਕ ਔਰਤ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਤੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਕਿ ਕਿਤੇ ਵੱਡੀ ਮਾਤਰਾ ਵਿੱਚ ਸਿਗਰਟਸ ਦੀ ਚੋਰੀ ਹੋਈ ਹੈ ਤਾਂ ਪੁਲਿਸ ਦੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਦੇ ਨਾਲ 604 59 90 ਤੇ 502 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।
ਸਰੀ ਆਰਸੀਐਮਪੀ ਨੇ ਇਸ ਮੌਕੇ ਖਾਸ ਤੌਰ ਤੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਸਿਗਰਟਸ ਦੇ ਇਹਨਾਂ ਪੈਕੇਟਸ ਨੂੰ ਲੈਣ ਵਾਸਤੇ ਆਵੇ ਤੇ ਦਾਅਵਾ ਉਸ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਉਸ ਦੇ ਉਹ ਪੈਕੇਟ ਨੇ ਤਾਂ ਉਸ ਨੂੰ ਕਈ ਸਵਾਲਾਂ ਦੇ ਜਵਾਬ ਪੁਲਿਸ ਨੂੰ ਦੇਣੇ ਪੈਣਗੇ, ਜਿਸ ਦੇ ਲਈ ਉਹ ਤਿਆਰ ਰਹੇ। ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਆਪਣੇ ਭਾਸ਼ਣ ਦੇ ਵਿੱਚ ਜੋ ਐਲਾਨ ਕੀਤੇ ਉਸ ਦੇ ਵਿੱਚ ਖਾਸ ਜਾਣਕਾਰੀ ਦਿੱਤੀ ਹੈ ਕਿ ਸ਼ੁੱਕਰਵਾਰ ਤੋਂ ਵਿਦਿਆਰਥੀਆਂ ਨੂੰ ਮਦਦ ਮਿਲਣੀ ਸ਼ੁਰੂ ਹੋ ਜਾਵੇਗੀ। ਸਰਕਾਰ ਦੇ ਵੱਲੋਂ ਵਿਦਿਆਰਥੀਆਂ ਨੂੰ ਮਦਦ ਦੇਣ ਦੇ ਵਾਸਤੇ ਫੰਡ ਦਾ ਐਲਾਨ ਕੀਤਾ ਗਿਆ ਸੀ। ਜੋ ਵਿਦਿਆਰਥੀ ਇਸ ਮੌਕੇ ਕੰਮ ਨਹੀਂ ਕਰ ਪਾ ਰਹੇ ਜਾਂ ਫਿਰ ਆਪਣੇ ਘਰ ਵਿੱਚ ਕਿਸੇ ਦੀ ਦੇਖਭਾਲ ਕਰ ਰਹੇ ਨੇ, ਉਹਨਾਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਸਰਕਾਰ ਨੇ ਜੋ ਕੀਤਾ ਸੀ ਉਹ ਸ਼ੁੱਕਰਵਾਰ ਤੋਂ ਜਾਰੀ ਹੋ ਜਾਵੇਗਾ। ਸ਼ੁੱਕਰਵਾਰ ਸਵੇਰ ਤੋਂ ਹੀ ਇਸ ਸੰਬੰਧੀ ਅਪਲਾਈ ਕੀਤਾ ਜਾ ਸਕਦਾ ਹੈ। ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਇਸ ਸੰਬੰਧੀ ਹੋਰ ਜਾਣਕਾਰੀ ਵੀ ਲਈ ਜਾ ਸਕਦੀ ਹੈ। $9 ਬਿਲੀਅਨ ਦੀ ਇਹ ਵਿੱਤੀ ਮਦਦ ਵਿਦਿਆਰਥੀਆਂ ਨੂੰ ਦੇਣ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਸੀ। ਇੱਥੇ ਸਾਫ਼ ਤੌਰ ਤੇ ਦੱਸ ਦਈਏ ਕਿ ਇਹ ਮਦਦ ਕੈਨੇਡੀਅਨ ਵਿਦਿਆਰਥੀਆਂ ਲਈ ਹੈ, ਇਹ ਮਦਦ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਨਹੀਂ ਹੈ। ਇਸ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਗੇ ਹੈ ਕਿ ਹੁਣ ਤੱਕ ਜੋ ਕਾਮਿਆਂ ਦੇ ਕੰਮ ਨੂੰ ਬਚਾਉਣ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਐਲਾਨ ਕੀਤੇ ਗਏ ਨੇ, ਤਾਂ ਉਸ ਸੰਬੰਧੀ ਅੱਜ ਉਹਨਾਂ ਨੇ ਜਦੋਂ ਜ਼ਿਕਰ ਕੀਤਾ ਸਵੇਰੇ ਤੇ ਨਾਲ ਹੀ ਜਾਣਕਾਰੀ ਵੀ ਦਿੱਤੀ। ਤੁਹਾਨੂੰ ਸੁਣਾਉਂਦੇ ਹਾਂ ਕਿ ਉਹਨਾਂ ਨੇ ਕੀ ਕੁਝ ਕਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਰਣਨੀਤੀ ਨੂੰ ਕੁਝ ਇਸ ਤਰ੍ਹਾਂ ਬਣਾਇਆ ਜਾ ਰਿਹਾ ਹੈ ਕਿ ਜਦੋਂ ਕੋਵਿਡ-19 ਦੇ ਹਾਲਾਤ ਹਟ ਕੇ ਆਮ ਵਰਗੇ ਹੋ ਜਾਂਦੇ ਨੇ ਤਾਂ ਉਸ ਦੌਰਾਨ ਕਾਮੇ ਮੁੜ ਤੋਂ ਆਪਣੇ ਕੰਮ ਤੇ ਆ ਸਕਣ, ਜਿਨ੍ਹਾਂ ਦਾ ਕੰਮ ਛੁੱਟ ਗਿਆ, ਤੇ ਨਾਲ ਹੀ ਜਿਹੜੇ ਇਸ ਵਕਤ ਕੰਮ ਕਰ ਰਹੇ ਨੇ ਉਹਨਾਂ ਨੂੰ ਤਨਖਾਹ ਦੇਣੀ ਇੰਪਲੋਇਰਸ ਦੇ ਵੱਲੋਂ ਜਾਰੀ ਰਹੇ। ਜਿਸ ਦੇ ਵਾਸਤੇ ਇਹ ਵੀ ਦੱਸਿਆ ਗਿਆ ਹੈ ਕਿ ਜੋ ਵੇਦ ਸਬਸਿਡੀ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ ਉਸ ਦੇ ਵਾਸਤੇ ਵੱਡੀ ਗਿਣਤੀ 'ਚ ਇੰਪਲੋਇਰਸ ਦੀਆਂ ਅਰਜ਼ੀਆਂ ਨੂੰ ਮਨਜ਼ੂਰੀ ਮਿਲੀ, ਜਿਸ ਵਿੱਚ 20 ਮਿਲੀਅਨ ਤੱਕ ਕਾਮਿਆਂ ਨੂੰ ਲਾਹਾ ਦੇਣ ਦੇ ਵਾਸਤੇ ਇਹ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਨਾਲ ਸੰਬੰਧਿਤ ਹੋਰ ਪ੍ਰੋਗਰਾਮਸ ਦੇ ਉੱਤੇ ਕੰਮ ਹੋ ਰਿਹਾ ਹੈ, ਜਿਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਤੇ ਨਾਲ ਹੀ ਕਿਹਾ ਕਿ ਇੱਕ ਦਿਨ ਛੇਤੀ ਅਜਿਹਾ ਆਵੇਗਾ ਜਿਸ ਦਿਨ ਪਹਿਲਾਂ ਵਰਗਾ ਮਾਹੌਲ ਹੋ ਜਾਵੇਗਾ ਕਿ ਕੋਵਿਡ-19 ਤੋਂ ਹਾਲਾਤ ਨੇ ਜੋ ਉਹ ਬਿਲਕੁਲ ਵੀ ਠੀਕ ਹੋ ਜਾਣਗੇ, ਤਾਂ ਉਦੋਂ ਸਾਰੇ ਆਪਣੇ ਕੰਮ ਦੇ ਉੱਤੇ ਸਹੀ ਤਰੀਕੇ ਨਾਲ ਜਾ ਸਕਣ। ਤੇ ਉਸ ਵਾਸਤੇ ਕੈਨੇਡਾ ਸਰਕਾਰ ਪੂਰੀ ਤਿਆਰੀ ਕਰ ਰਹੀ ਹੈ ਤੇ ਉਸ ਰਣਨੀਤੀ ਦੇ ਤਹਿਤ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੱਖੋ ਵੱਖਰੇ ਪ੍ਰੋਗਰਾਮਸ ਨੂੰ ਲੈ ਕੇ ਕਿ ਕਿਸੇ ਵੀ ਬਿਜ਼ਨਸ ਨੂੰ ਅਜਿਹੇ ਸਮੇਂ ਵਿੱਚ ਘਾਟਾ ਨਾ ਸਹਿਣਾ ਪਵੇ ਤੇ ਨਾਲ ਹੀ ਕਾਮਿਆਂ ਦਾ ਕੰਮ ਨਾ ਜਾਵੇ। I now want to turn to what we're doing to help employers keep their employees. Over the past few weeks, our government has unveiled a number of measures to help businesses stay afloat during the crisis. We want to make sure that as many Canadians as possible can keep getting their paycheck now and have a job to come back to once the pandemic is behind us. Because that day will come, and when it does, Canada needs to be ready. Our government has been laying the groundwork for our economic recovery. And we know that key to our collective success is maintaining the connection between employer and employee. So, to help businesses of all sizes keep people on the payroll, we launched the Canada Emergency Wage Subsidy. We also introduced the Canada Emergency Business Account to support those struggling with cash flow. These measures are making a real difference in people's lives. So far, more than 500,000 small businesses have received a loan through the CEBA, and over 120,000 employers have been approved to receive the Canada Emergency Wage Subsidy for almost 2 million workers. ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਅੰਤ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਸਰਕਾਰ ਵੱਲੋਂ ਹੁਣ ਤੱਕ ਜਿਹੜੀਆਂ ਵੀ ਸਹੂਲਤਾਂ ਦਿੱਤੀਆਂ ਗਈਆਂ ਨੇ ਵੱਖੋ ਵੱਖਰੇ ਪੱਧਰ ਦੇ ਉੱਤੇ ਉਹਨਾਂ ਸਹੂਲਤਾਂ ਦੇ ਵਿੱਚ ਕਿਵੇਂ ਉਹ ਲਾਹਾ ਲੈ ਸਕਦੇ ਨੇ ਤੇ ਕਿਹੜੀ ਉਹ ਸਹੂਲਤ ਹੈ ਤੇ ਕਿਹੜੀ ਛੋਟ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਦਿੱਤੀ ਗਈ ਹੈ ਕੈਨੇਡਾ ਵਿੱਚ, ਉਸ ਦੇ ਬਾਰੇ ਜਾਣਕਾਰੀ ਦਿੰਦੀ ਇੱਕ ਰਿਪੋਰਟ TV ਪੰਜਾਬ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਪਾਈ ਗਈ ਹੈ। ਤੁਸੀਂ ਉਹ ਦੇਖ ਸਕਦੇ ਹੋ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।